ਧੰਨ ਵਾਹਿਗੁਰੂ ਸਾਹਿਬ ਜੀਓ। ਜਿਹ ਘਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ। ਤਿਹ ਨਰ ਹਰ ਅੰਤਰ ਨਹੀਂ, ਨਾਨਕ ਸਾਚੀ मान। ਜਿਹ ਘਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ। ਤਿਹ ਨਰ ਹਰ ਅੰਤਰ ਨਹੀਂ, ਨਾਨਕ ਸਾਚੀ मान। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀਆਂ ਅੱਖਾਂ ਸਿਰਫ ਬਾਹਰ ਦੇਖ ਸਕਦੀਆਂ ਨੇ, ਕਿਸੇ ਦੇ ਅੰਦਰ ਨਹੀਂ। ਬਹੁਤ ਵਾਰੀ ਅਸੀਂ ਦੇਖਣ ਵਿੱਚ ਤੇ ਸਮਝਣ ਵਿੱਚ ਭੁਲੇਖਾ ਖਾ ਜਾਂਦੇ ਹਾਂ। ਸਤਿਗੁਰੂ ਨੇ ਕਿਰਪਾ ਕੀਤੀ, ਜਿਸ ਮਨੁੱਖ ਦੇ ਹਿਰਦੇ ਵਿੱਚ ਰੱਬ ਦੀ ਯਾਦ ਵਸਦੀ ਹੈ, ਉਹ ਮਨੁੱਖ ਦੀ ਬਿਰਤੀ, ਉਹ ਮਨੁੱਖ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ। ਅੱਜ ਉਸ ਗੱਲ ਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ। ਕਿਸੇ ਦੇ ਅੰਦਰ, ਕਿਸੇ ਨੂੰ ਅੰਦਰੋਂ ਜਾਣ ਲੈਣਾ, ਇਹ ਗੁਰੂ ਦੀ ਅੱਖ ਵਿੱਚ ਤੇ ਸਮਰੱਥਾ ਹੋ ਸਕਦੀ ਹੈ, ਪਰ ਸਾਡੀ ਅੱਖ ਵਿੱਚ ਇਹ ਸਮਰੱਥਾ ਨਹੀਂ। ਅੱਜ ਗੁਰੂ ਦੀਆਂ ਅੱਖਾਂ ਨਾਲ ਕਿਸੇ ਧਰਮੀ ਮਨੁੱਖ ਦਾ ਜੀਵਨ ਵੇਖਣ ਦੀ ਕੋਸ਼ਿਸ਼ ਕਰਨੀ ਹੈ। ਸਤਿਗੁਰੂ ਉਹਦਾ ਜੀਵਨ ਦਿਖਾਉਂਦੇ ਨੇ। ਇੱਕ ਵਾਰੀ ਮੈਂ ਸ਼ਲੋਕ ਤੁਹਾਡੇ ਹਿਰਦੇ 'ਚ, ਤੁਹਾਡੀ ਯਾਦ ਵਿੱਚ ਫਿਰ ਤਾਜ਼ਾ ਕਰਦੇ ਹਾਂ। ਜਿਹ ਘਟ ਸਿਮਰਨ ਰਾਮ ਕੋ, ਜਿਹਦੀ ਯਾਦ ਵਿੱਚ, ਜਿਹਦੀ ਸੋਚ ਵਿੱਚ, ਜਿਹਦੇ ਖਿਆਲਾਂ ਵਿੱਚ, ਜਿਹਦੇ ਬਲਬਲੇ ਵਿੱਚ ਕੇਵਲ ਇੱਕ ਰੱਬ ਦਾ, ਪਰਮੇਸ਼ਰ ਦਾ, ਨਿਰੰਕਾਰ ਦਾ ਸਿਮਰਨ ਹੈ। ਸੋ ਨਰ ਮੁਕਤਾ ਜਾਨ, ਕਹਿੰਦੇ ਮੁਕਤ ਹੈ। ਦੁਨੀਆ ਦੇ ਅੰਦਰ, ਧਰਮ ਦੀ ਦੁਨੀਆ ਵਿੱਚ ਮਨੁੱਖ ਦੀ ਜਿਤਨੀ ਵੀ ਘਾਲਣਾ ਹੈ, ਉਹ ਸਿਰਫ ਮੁਕਤੀ ਦੀ ਪ੍ਰਾਪਤੀ ਵਾਸਤੇ ਹੈ। ਸਾਹਿਬ ਨੇ ਆਖਿਆ, ਕਹਿਣ ਲੱਗੇ, ਭਲਿਆ ਮੁਕਤੀ ਉਹ ਨਹੀਂ ਜਿਹਨੂੰ ਲੋਕ ਮਰਨ ਤੋਂ ਬਾਅਦ ਕਹਿੰਦੇ ਨੇ। ਇੱਕ ਬਚਨ ਹੈ, ਮੂਏ ਹੋਏ ਜੋ ਮੁਕਤ ਦਿਓਗੇ, ਤੇਰੀ ਮੁਕਤ ਨਾ ਜਾਣੇ ਕੋਇਲਾ। ਮਰਨ ਤੋਂ ਬਾਅਦ ਮੁਕਤੀ ਦਿੱਤੀ ਤੇ ਸੰਸਾਰ ਨੂੰ ਕੀ ਪਤਾ ਲੱਗਿਆ ਮੈਂ ਉਹ ਮੁਕਤੀ ਕੀ ਕਰਨੀ ਹੈ। ਮੈਂ ਜੀਵਨ ਜਿਉਂਦਿਆਂ ਹੋਇਆਂ ਮੁਕਤ ਹੋਣਾ ਚਾਹੁੰਦਾ। ਉਹ ਮਨੁੱਖ ਗੁਰਮਤਿ ਦੇ ਅਨੁਸਾਰ ਜੀਵਨ ਜਿਉਂਦਿਆਂ ਮੁਕਤ ਹੁੰਦਾ ਹੈ। ਜਿਹਦੇ ਅੰਦਰ ਰੱਬ ਦੀ ਯਾਦ ਹੈ, ਉਹ ਜੀਵਨ ਜਿਉਂਦਿਆਂ ਮੁਕਤ ਹੁੰਦਾ ਹੈ। ਇੱਕ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਕਾਮ ਵੀ ਰੱਬ ਦੀ ਬਣਾਈ ਇੱਕ ਤਾਕਤ ਹੈ, ਕ੍ਰੋਧ ਵੀ ਰੱਬ ਦੀ ਬਣਾਈ ਇੱਕ ਤਾਕਤ ਹੈ। ਜਿਹੜੀਆਂ ਰੱਬ ਦੀਆਂ ਬਣਾਈਆਂ ਤਾਕਤਾਂ ਨੇ, ਉਹਦੇ ਨਾਲ ਲੜ ਲੈਣ ਦੀ ਸਮਰੱਥਾ ਮਨੁੱਖ ਦੇ ਕੋਲ ਨਹੀਂ ਹੈ। ਜੇ ਕਿਤੇ ਮਨੁੱਖ ਵੀ ਰੱਬ ਦੇ ਨਾਮ ਦਾ ਸਹਾਰਾ ਲੈ ਲਵੇ, ਫਿਰ ਇਹਦੇ ਕੋਲ ਤਾਕਤ ਏਡੀ ਵੱਡੀ ਹੈ ਵੀ ਕੋਈ ਵਿਕਾਰ ਇਹਨੂੰ ਬੰਧਨ ਨਹੀਂ ਪਾ ਸਕਦਾ। ਜਿਸ ਮਨੁੱਖ ਦੇ ਅੰਦਰ ਰੱਬ ਦੀ ਯਾਦ ਹੈ, ਉਹ ਅੰਦਰੋਂ ਏਡਾ ਤਾਕਤਵਰ ਤੇ ਬਲਵਾਨ ਹੋ ਜਾਂਦਾ ਹੈ। ਉਹਨੂੰ ਨਾ ਮਾਇਆ, ਨਾ ਤ੍ਰਿਸ਼ਨਾ, ਨਾ ਈਰਖਾ, ਨਾ ਦਵੈਸ਼, ਨਾ ਕੋਈ ਵਿਕਾਰ, ਨਾ ਹਉਮੈ ਉਹਨੂੰ ਆਪਣੇ ਅਧੀਨ ਨਹੀਂ ਕਰ ਸਕਦੀ।
ਉਹ ਆਜ਼ਾਦ ਹੈ, ਉਹ ਮੁਕਤ ਹੈ। ਅਸਲ ਜ਼ਿੰਦਗੀ ਹੁੰਦੀ ਉਹ ਹੈ। ਸਤਿਗੁਰੂ ਇਹ ਅਵਸਥਾ ਬਣਦੀ ਕਿਵੇਂ ਹੈ? ਸਾਹਿਬ ਕਹਿੰਦੇ ਅਗੰਮ ਆਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਕਹਿੰਦੇ ਪਰਮੇਸ਼ਰ ਅਗੰਮ ਆਗਾਧ ਹੈ। ਜਿਹੜਾ ਵੀ ਮਨੁੱਖ ਰੱਬ ਦੇ ਖਿਆਲਾਂ ਨੂੰ, ਰੱਬ ਦੀ ਸੋਚ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ, ਉਹ ਵੀ ਮੁਕਤ ਹੋ ਜਾਂਦਾ ਹੈ। ਫਿਰ ਇੱਕ ਵਾਰੀ ਖਿਆਲ ਕਰਿਓ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਕਹਿੰਦੇ ਬ੍ਰਹਮ ਗਿਆਨੀ ਜਿਹਨੂੰ ਰੱਬ ਦਾ ਗਿਆਨ ਆ ਗਿਆ, ਪਰਮੇਸ਼ਰ ਦਾ ਗਿਆਨ ਆ ਗਿਆ, ਉਹ ਸਮੁੱਚੇ ਬੰਧਨਾਂ ਤੋਂ ਮੁਕਤ ਹੋ ਗਿਆ। ਉਹਨੂੰ ਕੋਈ ਲੋੜ ਨਹੀਂ ਲੋਕ ਦਿਖਾਵੇ ਦੀ। ਬਹੁਤਾਤ ਜ਼ਿੰਦਗੀ ਦੇ ਕਰਮ ਨੇ ਜਿਹੜੇ ਸਿਰਫ ਦਿਖਾਵੇ ਲਈ ਕਰਨੇ ਆ। ਉਹ ਐਸਾ ਨਹੀਂ ਕਰਦਾ। ਧੀਆਂ ਪੁੱਤਾਂ ਦੀ ਸ਼ਾਦੀ, ਖੁਸ਼ੀਆਂ ਗਮੀਆਂ, ਉਹ ਗੁਰੂ ਦੇ ਅਨੁਸਾਰੀ ਹੋ ਕੇ ਮਨਾਉਂਦਾ ਹੈ। ਉਹ ਕਦੇ ਆਪਣੇ ਜੀਵਨ ਵਿੱਚ ਲੋਕ ਲਾਜ ਲਈ ਮਾਲਕ ਦੀ ਪ੍ਰੀਤ ਨਹੀਂ ਤਿਆਗਦਾ। ਮੁਕਤ ਹੈ ਇਸ ਗੱਲ ਤੋਂ, ਉਹਨੂੰ ਕੋਈ ਬੰਧਨ ਨਹੀਂ। ਜਿਸ ਨਾਮ ਹਿਰਦੈ, ਸਾਹਿਬ ਕਹਿੰਦੇ ਜਿਹਦੇ ਹਿਰਦੇ ਵਿੱਚ, ਜਿਹਦੇ ਅੰਦਰ ਪਰਮੇਸ਼ਰ ਦਾ ਨਾਮ ਹੈ, ਸੋ ਜੀਵਨ ਮੁਕਤਾ, ਉਹ ਜੀਵਨ ਮੁਕਤ ਹੈ। ਜਿਸ ਨਾਮ ਹਿਰਦੈ ਤਿਸ ਸਭ ਹੀ ਜੁਗਤਾ। ਕਹਿੰਦੇ ਜਿਹਨੂੰ ਰੱਬ ਦਾ ਨਾਮ ਚੇਤੇ ਆ ਗਿਆ, ਪਰਮੇਸ਼ਰ ਦੇ ਗੁਣ ਉਹਦੇ ਜੀਵਨ ਵਿੱਚ ਆ ਗਏ, ਸੱਚ ਕਰਕੇ ਜਾਣਿਓ, ਉਹਦੇ ਕੋਲ ਸਾਰੀਆਂ ਜੁਗਤੀਆਂ ਉਹਨੂੰ ਪਤਾ ਲੱਗ ਗਈਆਂ, ਉਹਨੂੰ ਸਾਰੇ ਤਰੀਕੇ ਪਤਾ ਲੱਗ ਗਏ ਵੀ ਜੀਵਨ ਵਿੱਚ ਮੁਕਤ ਹੋਣਾ ਕਿਵੇਂ ਆ। ਕੁਝ ਬਚਨ ਗੁਰਬਾਣੀ ਦੇ ਅੱਜ ਬੜੀ ਤਵੱਜੋ ਦੇ ਕੇ ਸਮਝਿਓ ਜੀ। ਦੁਨੀਆ ਵਿੱਚ ਐਸਾ ਮਨੁੱਖ ਕੋਈ ਵੀ ਨਹੀਂ, ਉਹ ਭਾਵੇਂ ਆਸਤਕ ਹੈ ਤੇ ਭਾਵੇਂ ਨਾਸਤਕ ਹੈ, ਐਸਾ ਇੱਕ ਵੀ ਮਨੁੱਖ ਨਹੀਂ ਕੱਢਿਆ ਜਾ ਸਕਦਾ ਜਿਹੜਾ ਠੀਕ ਹੈ। ਜਿਹੜਾ ਅਬਨੋਰਮਲ ਹੈ ਉਹ ਗੱਲ ਵੱਖਰੀ ਹੈ। ਜਿਹੜਾ ਠੀਕ ਮਨੁੱਖ ਹੈ, ਐਸਾ ਇੱਕ ਵੀ ਨਹੀਂ ਕੱਢਿਆ ਜਾ ਸਕਦਾ ਜਿਹੜਾ ਸਿਮਰਨ ਨਾ ਕਰਦਾ ਹੋਵੇ। ਹਰ ਬੰਦਾ ਸਿਮਰਨ ਕਰਦਾ ਹੈ। ਇਹ ਗੱਲ ਵੱਖਰੀ ਵੀ ਸਿਮਰਨ ਕਾਹਦਾ ਕਰਦਾ ਹੈ, ਇੱਕ ਵੱਖਰਾ ਪੱਖ ਹੈ। ਸਾਡੀ ਯਾਦ ਵਿੱਚ ਤੇ ਕੋਈ ਨਾ ਕੋਈ ਵਸਦਾ ਹੀ ਹੈ ਨਾ। ਕਿਸੇ ਦੀ ਯਾਦ ਵਿੱਚ ਧੀਆਂ ਪੁੱਤ ਵਸਦੇ ਨੇ, ਕਿਸੇ ਦੀ ਯਾਦ ਵਿੱਚ ਕਾਰੋਬਾਰ ਵਸਦਾ ਹੈ, ਕਿਸੇ ਦੀ ਯਾਦ ਵਿੱਚ ਵਿਸ਼ੇ ਵਿਕਾਰ ਵਸਦੇ ਨੇ, ਕਿਸੇ ਦੀ ਯਾਦ ਵਿੱਚ ਨਿਰੰਕਾਰ ਵਸਦਾ ਹੈ, ਰੱਬ ਵਸਦਾ ਹੈ, ਪਰਮੇਸ਼ਰ ਵਸਦਾ ਹੈ। ਹਜ਼ੂਰ ਨੇ ਕੁਝ ਬਹੁਤ ਜਿਹੜਾ ਜ਼ਿਆਦਾ ਸਿਮਰਨ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਅਸੀਂ ਬਹੁਤ ਆਪਣੇ ਚੇਤੇ ਵਿੱਚ ਰੱਖਦੇ ਹਾਂ, ਉਹਨਾਂ ਦੀ ਇੱਕ ਤਸਵੀਰ ਬਣਾਈ ਹੈ। ਕਹਿਣ ਲੱਗੇ ਵੇਖ, ਇੱਕ ਉਹ ਸਿਮਰਨ ਹੈ ਜਿਹਦਾ ਸਿਮਰਨ ਕਰਿਆ ਤੂੰ ਮੁਕਤ ਨਹੀਂ ਹੋ ਸਕਦਾ ਮਨਾ। ਬਹੁਤ ਵਾਰੀ ਸ਼ਬਦ ਤੁਸੀਂ ਪੜ੍ਹਿਆ ਹੋਏਗਾ, ਅੰਤ ਕਾਲ ਜੋ ਲక్ష్ਮੀ ਸਿਮਰੈ, ਜਿਹਨੇ ਜੀਵਨ ਭਰ ਸਿਰਫ ਮਾਇਆ ਦਾ ਹੀ ਵਿਹਾਰ ਕੀਤਾ। ਬਸ ਜੋੜ ਘਟਾਓ ਦੋ ਚੀਜ਼ਾਂ 'ਚ ਜ਼ਿੰਦਗੀ ਲੰਘ ਗਈ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਉਤਰੈ। ਪੁਰਾਣੀ ਇੱਕ ਮਿੱਥ ਹੈ ਭਈ ਜਿਹੜਾ ਸੱਪ ਹੈ ਉਹ ਖਜ਼ਾਨਿਆਂ ਦਾ ਮਾਲਕ ਹੈ, ਖਜ਼ਾਨਿਆਂ 'ਚ ਬੈਠਦਾ, ਮਾਇਆ ਦਾ ਨਜ਼ਦੀਕੀ ਹੈ। ਸਿਰਫ ਐਸੀ ਗੱਲ 'ਚ ਜ਼ਿੰਦਗੀ ਗੁਜ਼ਰ ਗਈ। ਅਰੀ ਭਾਈ ਗੋਬਿੰਦ ਨਾਮ ਮਤ ਵਿਸਰੈ। ਕਹਿੰਦੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ, ਰੱਬ ਦਾ ਨਾਮ ਨਾ ਭੁਲਾਇਓ, ਬਾਕੀ ਧੀਆਂ ਪੁੱਤ ਕੁਛ ਭੁੱਲ ਜਾਏ ਤੇ ਕੋਈ ਵੱਡੀ ਗੱਲ ਨਹੀਂ। ਅੰਤ ਕਾਲ ਜੋ ਇਸਤਰੀ ਸਿਮਰੈ, ਇਹ ਪ੍ਰਤੀਕ ਸ਼ਬਦ ਨੇ। ਇਸਤਰੀ ਦਾ ਅਰਥ ਹੈ ਵੀ ਵਿਕਾਰੀ ਬਿਰਤੀ ਬਣਾ ਕੇ ਰੱਖਣਾ। ਜਿਹੜਾ ਮਨੁੱਖ ਸਮੁੱਚੀ ਜ਼ਿੰਦਗੀ ਵਿਕਾਰਾਂ ਦੇ ਵਿੱਚ ਹੀ ਗੁਜ਼ਾਰ ਕੇ ਚਲਾ ਗਿਆ, ਕਹਿੰਦੇ ਉਹਦੀ ਜ਼ਿੰਦਗੀ ਦਾ ਨਿਚੋੜ ਕੱਢੀਏ ਵੀ ਕੀ ਹੈ, ਕਹਿੰਦੇ ਬਸ ਅੰਦਰੋਂ ਇਵੇਂ ਦਾ ਹੀ ਹੈ ਜਿਵੇਂ ਇੱਕ ਵੇਸ਼ਵਾ ਦਾ ਘਰ ਹੁੰਦਾ ਹੈ।
ਵੇਸ਼ਵਾ ਜੋਨ ਬਲ ਬਲ ਅਵਤਰ ਹੈ। ਉਹਦੀ ਜ਼ਿੰਦਗੀ, ਉਹਦੀ ਜੋਨੀ ਸਿਰਫ ਵੇਸ਼ਵਾ ਵਰਗੀ ਹੈ, ਇਹ ਤੋਂ ਵੱਧ ਕੁਛ ਨਹੀਂ। ਅੰਤ ਕਾਲ ਜੋ ਲੜਕੇ ਸਿਮਰੈ, ਲੜਕੇ ਦਾ ਮਤਲਬ ਔਲਾਦ। ਜਿਸ ਮਨੁੱਖ ਨੇ ਸਮੁੱਚੀ ਜ਼ਿੰਦਗੀ ਸਿਰਫ ਆਪਣੀ ਔਲਾਦ ਦਾ ਸਿਮਰਨ ਕਰਦਿਆਂ ਗੁਜ਼ਾਰ ਦਿੱਤੀ, ਸ਼ੁਕਰ ਜੋਨ ਬਲ ਬਲ ਅਵਤਰ ਹੈ। ਕਹਿੰਦੇ ਬਸ ਉਹ ਸਮਝ ਲਓ ਵੀ ਉਹ ਸੂਰ ਦੇ ਵਰਗਾ ਜੀਵਨ ਗੁਜ਼ਾਰ ਕੇ ਚਲਾ ਗਿਆ, ਇਹ ਤੋਂ ਵੱਧ ਕੁਛ ਨਹੀਂ। ਅੰਤ ਕਾਲ ਜੋ ਮੰਦਰ ਸਿਮਰੈ, ਜਿਹੜਾ ਸਮੁੱਚੀ ਜ਼ਿੰਦਗੀ ਇਹੋ ਹੀ ਸੋਚਦਾ ਰਿਹਾ ਭਈ ਇੱਕ ਕੋਠੀ ਮੇਰੀ ਜਲੰਧਰ ਹੈ, ਇੱਕ ਚੰਡੀਗੜ੍ਹ ਹੈ, ਇੱਕ ਦਿੱਲੀ ਹੈ, ਇੱਕ ਬੰਬੇ ਹੈ, ਸਾਰੀ ਜ਼ਿੰਦਗੀ ਬਸ ਜਦੋਂ ਵੀ ਗੱਲ ਕੀਤੀ ਇੱਥੋਂ ਹੀ ਸ਼ੁਰੂ ਕੀਤੀ, ਇੱਥੇ ਸਮਾਪਤੀ ਕੀਤੀ। ਜਿਹੜਾ ਮਨੁੱਖ ਕੇਵਲ ਇੱਥੇ ਤੱਕ ਹੀ ਰਹਿ ਗਿਆ, ਪ੍ਰੇਤ ਜੋਨ ਬਲ ਬਲ ਅਵਤਰੈ, ਕਹਿੰਦੇ ਘਰ ਕਿਸੇ 'ਚ ਵੀ ਨਹੀਂ ਵੱਸ ਸਕਿਆ, ਪ੍ਰੇਤ ਵਾਂਗੂ ਭਟਕਦੀ ਜ਼ਿੰਦਗੀ ਗੁਜ਼ਾਰ ਲਈ। ਇਹ ਸਾਰੇ ਲੋਕਾਂ ਦਾ ਸਿਮਰਨ ਯਾਦ ਕਰਵਾ ਕੇ ਹੁਣ ਗੁਰੂ ਜੀ ਰੱਬ ਦੀ ਗੱਲ ਕਰਦੇ ਨੇ। ਅੰਤ ਕਾਲ ਜੋ ਨਾਰਾਇਣ ਸਿਮਰੈ, ਜਿਹਦੀ ਯਾਦ ਵਿੱਚ ਰੱਬ ਵਸ ਗਿਆ, ਜਿਹਦੀ ਯਾਦ ਵਿੱਚ ਰੱਬੀ ਗੁਣ ਵਸ ਗਏ। ਅੰਤ ਕਾਲ ਨਾਰਾਇਣ ਸਿਮਰੈ, ਬਦਤ, ਬਦਤ ਦਾ ਅਰਥ ਹੁੰਦਾ ਕਹਿਣਾ, ਬਦਤ ਤਿਲੋਚਨ ਤੇ ਨਰ ਮੁਕਤਾ, ਕਹਿੰਦੇ ਉਹ ਮਨੁੱਖ ਮੁਕਤ ਹੈ। ਮੁਕਤ ਉਹ ਮਨੁੱਖ ਹੈ ਜਿਹਦੀ ਯਾਦ ਵਿੱਚ ਰੱਬ ਵਸ ਗਿਆ, ਜਿਹਦੀ ਯਾਦ ਵਿੱਚ ਪਰਮੇਸ਼ਰ ਵਸ ਗਿਆ। ਬਦਤ ਲੋਚਨ ਤੇ ਨਰ ਮੁਕਤਾ, ਪੀਤੰਬਰ ਵਾਂਕੇ ਹਿਰਦੈ ਵਸੈ, ਉਹਦੇ ਅੰਦਰ ਰੱਬ ਹੀ ਵਸ ਜਾਂਦਾ ਹੈ, ਨਿਰੰਕਾਰ ਹੀ ਵਸ ਜਾਂਦਾ ਹੈ, ਉਹਦਾ ਜੀਵਨ ਰੱਬ ਦਾ ਰੂਪ ਹੋ ਜਾਂਦਾ ਹੈ। ਉਹਦੇ ਜੀਵਨ ਵਿੱਚ ਭਟਕਣਾ ਨਹੀਂ। ਜਿਉਂਦਿਆਂ ਜੀ ਨਿਰਲੇਪ, ਬੜੀ ਤਵੱਜੋ ਦੇ ਕੇ ਸੁਣਿਓ ਜੀ ਅੱਜ ਦੇ ਸ਼ਬਦ ਨੂੰ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਅੰਦਰੋਂ ਪਿਆਰ ਕਰੇ ਰੱਬ ਦੇ ਹੁਕਮਾਂ ਨੂੰ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਉਹਦੇ ਜੀਵਨ ਗੁਜ਼ਾਰਨ ਦਾ ਢੰਗ ਕੀ ਹੈ? ਕਹਿਣ ਲੱਗੇ ਉਹਨੂੰ ਦੁੱਖ ਸੁੱਖ ਇੱਕ ਜੇ ਲੱਗਦੇ ਨੇ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ, ਹਰਖ ਦਾ ਅਰਥ ਹੁੰਦਾ ਖੁਸ਼ੀ, ਤੈਸਾ ਉਸ ਸੋਗ। ਮਨੁੱਖ ਨੂੰ ਨਾ ਖੁਸ਼ੀ ਮਨਾਉਣੀ ਆਈ ਹੈ, ਨਾ ਗਮੀ ਮਨਾਉਣੀ ਆਈ ਹੈ। ਇੱਕ ਵਿਦਵਾਨ ਦਾ ਬਚਨ ਹੈ, ਕਹਿੰਦੇ ਖੁਸ਼ੀ ਤੇ ਗਮੀ ਦੋ ਸਕੀਆਂ ਭੈਣਾਂ ਨੇ। ਇਹਨਾਂ ਦੀ ਖੂਬੀ ਇਹ ਹੈ ਵੀ ਇੱਕ ਸਮੇਂ ਇੱਕੋ ਹੀ ਜਾਗਦੀ ਹੈ। ਖੁਸ਼ੀ ਜਾਗਦੀ ਹੈ ਤੇ ਗਮੀ ਸੁੱਤੀ ਪਈ ਹੈ, ਗਮੀ ਜਾਗਦੀ ਹੈ ਤੇ ਖੁਸ਼ੀ ਸੁੱਤੀ ਪਈ ਹੈ। ਪਰ ਸਾਨੂੰ ਮਨਾਉਣ ਦਾ ਤਰੀਕਾ ਨਹੀਂ ਆਉਂਦਾ। ਜਦੋਂ ਖੁਸ਼ੀ ਹੁੰਦੀ ਹੈ ਉਦੋਂ ਇੰਨੇ ਧੂਮ ਧੜੱਕੇ ਨਾਲ ਮਨਾਉਂਦੇ ਆ, ਗਮੀ ਨੂੰ ਜਗਾ ਲੈਂਦੇ ਆ। ਜਦੋਂ ਗਮੀ ਜਾਗ ਪੈਂਦੀ ਹੈ ਤੇ ਗਮੀ ਨੂੰ ਐਡਾ ਗੰਭੀਰ ਹੋ ਕੇ ਮਨਾਉਂਦੇ ਆ, ਖੁਸ਼ੀ ਜਾਗਣ ਲੱਗਿਆਂ ਕਈ ਸਾਲ ਲੱਗ ਜਾਂਦੇ ਨੇ। ਜਦ ਕਿ ਗਮੀ ਨੂੰ ਧੂਮ ਧੜੱਕੇ ਨਾਲ ਮਨਾ ਤਾਂ ਕਿ ਖੁਸ਼ੀ ਜਲਦੀ ਜਾਗ ਪਵੇ। ਪਰ ਖੁਸ਼ੀ ਨੂੰ ਇਸ ਢੰਗ ਨਾਲ ਮਨਾਉਂਦਾ ਹੈ ਬੰਦਾ, ਗਮੀ ਨੂੰ ਜਗਾ ਲੈਂਦਾ ਜਲਦੀ, ਫਿਰ ਗਮੀ 'ਚ ਬਹੁਤ ਲੰਮਾ ਸਮਾਂ ਕੱਢ ਦਿੰਦਾ। ਜਿਹੜਾ ਧਰਮੀ ਮਨੁੱਖ ਹੈ, ਮੁਕਤ ਹੈ, ਆਹ ਹੈ ਮੁਕਤੀ। ਤੈਸਾ ਹਰਖ ਤੈਸਾ ਉਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ। ਉਹਨੂੰ ਸੋਨਾ ਵੀ ਉਹੋ ਜਿਹਾ ਲੱਗਦਾ ਹੈ, ਉਹਨੂੰ ਮਿੱਟੀ ਵੀ ਉਹੀ ਜਿਹੀ ਲੱਗਦੀ। ਸੋਨਾ ਮਿੱਟੀ ਦਾ ਅਰਥ ਇਹ ਨਹੀਂ, ਸੋਨੇ ਮਿੱਟੀ ਦਾ ਅਰਥ ਹੈ ਵੀ ਉਹ ਕਿਸੇ ਗਰੀਬ ਕੋਲ ਖੜਾ ਹੈ ਤੇ ਤਦ ਵੀ ਉਹਨੂੰ ਹੀ ਪਿਆਰ ਕਰਦਾ ਹੈ, ਕਿਸੇ ਅਮੀਰ ਕੋਲ ਖੜਾ ਹੈ ਤੇ ਉਹ ਤਦ ਵੀ ਉਹਨੂੰ ਹੀ ਪਿਆਰ ਕਰਦਾ ਹੈ। ਉਹਦੇ ਵਰਤ ਵਿਹਾਰ ਵਿੱਚ ਅੰਤਰ ਨਹੀਂ। ਇਹ ਪ੍ਰਤੀਕ ਸ਼ਬਦ ਨੇ, ਮੈਂ ਬਾਰ-ਬਾਰ ਸ਼ਬਦ ਵਰਤ ਰਿਹਾ। ਤੈਸਾ ਹਰਖ ਤੈਸਾ ਉਸੋਗ, ਸਦਾ ਅਨੰਤ ਹੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ। ਉਹਨੂੰ ਕੋਈ ਵਾਸਤਾ ਨਹੀਂ, ਨਾ ਉਹ ਇਸ ਗੱਲ ਤੇ ਪਰਵਾਹ ਮੰਨਦਾ ਵੀ ਕੀ ਅੰਮ੍ਰਿਤ ਹੈ, ਤੇ ਨਾ ਉਹ ਇਸ ਗੱਲ ਤੇ ਪਰਵਾਹ ਮੰਨਦਾ ਵੀ ਕੀ ਜ਼ਹਿਰ ਹੈ। ਉਹਦਾ ਜੀਵਨ ਮੁਕਤ ਹੋ ਗਿਆ। ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਅਭਿਮਾਨ। ਚਾਰ ਬੰਦਾ ਗੱਲਾਂ ਕਰ ਗਿਆ, ਉਹਨੂੰ ਇਸ ਗੱਲ ਨਾਲ ਵੀ ਕੋਈ ਫਰਕ ਨਹੀਂ ਪੈਂਦਾ।
ਉਹਨੂੰ ਨਾ ਕਿਸੇ ਦੇ ਦਿੱਤੇ ਮਾਣ ਨਾਲ ਵਾਸਤਾ ਹੈ, ਉਹਨੂੰ ਨਾ ਕਿਸੇ ਦੇ ਦਿੱਤੀ ਹੋਈ ਅਪਮਾਨ ਨਾਲ ਵਾਸਤਾ ਹੈ। ਆਹ ਹੈ ਜੀਵਨ ਮੁਕਤ। ਸੋਚ ਕੇ ਦੇਖੋ ਮਨੁੱਖ ਕਿੱਡਾ ਪਿਆਰਾ ਜੀਵਨ ਜਿਉਂਦਾ ਹੋਏਗਾ। ਉਹ ਅਸਰ ਨਹੀਂ। ਮੈਂ ਇੱਕ ਪਲ ਰੁਕਣ ਲੱਗਾ ਹੈ, ਥੋੜ੍ਹੀ ਜਿਹੀ ਤਵੱਜੋ ਦੇ ਕੇ ਸਮਝਿਓ ਜੀ। ਦੇਖਣ ਨੂੰ ਲੱਗਦਾ ਅਸੀਂ ਬਾਹਰੀ ਜੀਵਨ ਹੋਰ ਤਰ੍ਹਾਂ ਗੁਜ਼ਾਰਨੇ ਆ, ਪਰ ਸੱਚ ਕਰਕੇ ਜਾਣੇ ਹੋ। ਅੱਗੇ ਵੀ ਅਰਜ਼ ਕੀਤੀ ਸੀ, ਬੰਦੇ ਨੇ ਬਹੁਤ ਕੁਝ ਬਣਾਇਆ ਜਿਹਦਾ ਰਿਮੋਟ ਉਹਨੇ ਆਪਣੇ ਹੱਥ 'ਚ ਰੱਖਿਆ। ਇੱਥੋਂ ਤੱਕ ਮੈਂ ਬੇਨਤੀ ਕਰਾਂ, ਗ੍ਰਹਿ ਨਛੱਤਰ ਤਾਰਿਆਂ ਤੱਕ ਇਹ ਅੱਜ ਘੁੰਮ ਕੇ ਆ ਗਿਆ, ਪਰ ਉਹਦਾ ਰਿਮੋਟ ਇਹਦੇ ਆਪਣੇ ਹੱਥ 'ਚ ਹੈ। ਘਰ ਦੀ ਨਿੱਕੀ ਚੀਜ਼ ਤੋਂ ਲੈ ਕੇ ਬੰਦੇ ਨੇ ਹਰ ਚੀਜ਼ ਦਾ ਰਿਮੋਟ ਬਣਾ ਲਿਆ, ਪਰ ਇਹਦਾ ਖੁਦ ਦਾ ਰਿਮੋਟ ਇਹਦੇ ਕੋਲ ਆਪਣੇ ਕੋਲ ਨਹੀਂ ਹੈ। ਇਹਦਾ ਖੁਦ ਦਾ ਰਿਮੋਟ ਇਹਦੇ ਆਪਣੇ ਕੋਲ ਨਹੀਂ ਹੈ। ਕਿਸੇ ਦੀਆਂ ਦੋ ਗੱਲਾਂ ਮੈਨੂੰ ਕਿੰਨਾ ਪਰੇਸ਼ਾਨ ਕਰ ਜਾਂਦੀਆਂ ਨੇ, ਮੁੜ ਕੇ ਟਿਕਣ ਲੱਗਿਆਂ ਕਿੰਨਾ ਵਕਤ ਲੱਗਦਾ ਹੈ। ਕਿਸੇ ਦੀਆਂ ਦੋ ਗੱਲਾਂ ਮੈਨੂੰ ਕਿੰਨਾ ਖੁਸ਼ ਕਰ ਜਾਂਦੀਆਂ ਨੇ, ਮੁੜ ਕੇ ਕਿੰਨਾ ਵਕਤ ਲੱਗਦਾ ਟਿਕਣ ਲੱਗਿਆਂ। ਤੇ ਫਿਰ ਸੱਜਣਾ ਤੇਰਾ ਰਿਮੋਟ ਤੇਰੇ ਕੋਲ ਨਹੀਂ ਹੈ। ਜੇ ਕਿਸੇ ਦੀਆਂ ਚੰਦ ਗੱਲਾਂ ਤੈਨੂੰ ਪਰੇਸ਼ਾਨ ਕਰ ਸਕਦੀਆਂ ਨੇ, ਜੇ ਕਿਸੇ ਦੀਆਂ ਚੰਦ ਗੱਲਾਂ ਤੈਨੂੰ ਛੋਟੀ ਜਿਹੀ ਖੁਸ਼ੀ ਦੇ ਸਕਦੀਆਂ ਨੇ, ਫਿਰ ਤੇਰਾ ਰਿਮੋਟ ਤੇਰੇ ਕੋਲ ਨਹੀਂ ਹੈ। ਗੁਰੂ ਸ਼ਬਦ ਕੀ ਦਿੰਦਾ ਹੈ? ਗੁਰੂ ਸ਼ਬਦ ਮਨੁੱਖ ਨੂੰ ਆਜ਼ਾਦ ਕਰ ਦਿੰਦਾ ਹੈ। ਭਾਵੇਂ ਕੋਈ ਚੰਗਾ ਕਹਿ ਰਿਹਾ ਤੇ ਤਦ ਵੀ ਆਨੰਦ ਹੈ, ਭਾਵੇਂ ਕੋਈ ਮਾੜਾ ਕਹਿ ਰਿਹਾ ਤਦ ਵੀ ਆਨੰਦ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਕਸ਼ੀਅਰ ਨੇ ਕੁਝ ਗੱਲਾਂ ਪੁੱਛੀਆਂ ਸੀ, ਬੜੀਆਂ ਅਜੀਬ ਕਿਸਮ ਦੀਆਂ, ਬੜੀਆਂ ਅਜੀਬ ਕਿਸਮ ਦੀਆਂ। ਕਹਿਣ ਲੱਗੇ ਵੀ ਇਹ ਦੱਸ, ਤੂੰ ਮਾਲਾ ਫੇਰਦਾ ਫੇਰਦਾ ਕਿਹੜੇ ਰਾਹੇ ਤੁਰ ਪਿਆ? ਤੂੰ ਮਾਲਾ ਫੇਰਦਾ ਫੇਰਦਾ ਬੈਰਾਗੀ ਸਾਧੂ ਬਣਿਆ ਸੀ ਤੇ ਤੂੰ ਕਿਰਪਾਨ ਚੁੱਕ ਕੇ ਕਿਹੜੇ ਰਾਹੇ ਤੁਰ ਪਿਆ? ਹੁਣ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਦਾ ਬਚਨ। ਕਹਿਣ ਲੱਗਿਆ, ਜਦੋਂ ਧਰਤੀ ਦੇ ਤਖਤੇ ਤੇ ਤੇਰੇ ਵਰਗੇ ਲੋਕ ਪਾਪ ਕਰਨ ਲੱਗ ਪੈਣ ਤੇ ਫਿਰ ਲੋਕਾਂ ਨੂੰ ਮਾਲਾ ਛੱਡ ਕੇ ਕਿਰਪਾਨਾਂ ਪਕੜਨੀਆਂ ਪੈਂਦੀਆਂ ਨੇ। ਤਾਂ ਪਕੜੀ ਤੁਹਾਡੇ ਵਰਗੇ ਲੋਕਾਂ ਨੂੰ ਸਜ਼ਾਵਾਂ ਦੇਣ ਵਾਸਤੇ। ਫਰਕਸ਼ੀਅਰ ਨੇ ਅਗਲਾ ਸਵਾਲ ਕੀਤਾ, ਕਹਿੰਦਾ ਚਲੋ ਇਹ ਤਾਂ ਮੰਨ ਗਿਆ ਭਈ ਹੁਣ ਤੂੰ ਬੰਨਿਆ ਬੈਠਾ, ਤੈਨੂੰ ਹੁਣ ਮੌਤ ਦੇਣੀ ਹੈ ਤੇ ਤੈਨੂੰ ਕਾਹਦੀ ਸਜ਼ਾ ਹੈ? ਜੇ ਮੈਨੂੰ ਸਜ਼ਾ ਦੇਣ ਲੱਗਾ ਤੂੰ, ਤੇ ਤੈਨੂੰ ਵੀ ਤਾਂ ਸਜ਼ਾ ਮਿਲਣ ਲੱਗੀ ਹੈ। ਤੈਨੂੰ ਕਾਹਦੀ ਸਜ਼ਾ ਮਿਲਣ ਲੱਗੀ ਜੇ ਤੂੰ ਚੰਗੇ ਕੰਮ ਕੀਤੇ? ਉਹ ਕਹਿਣ ਲੱਗਿਆ, ਜਦੋਂ ਤੇਰੇ ਵਰਗੇ ਪਾਪੀਆਂ ਦਾ ਨਾਸ਼ ਕੀਤਾ ਉਦੋਂ ਕਈ ਐਸੇ ਵੀ ਵਿੱਚੋਂ ਮਾਰੇ ਗਏ ਹੋਣਗੇ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਹੋਏਗਾ। ਇਹ ਮੇਰੇ ਕੋਲੋਂ ਅਚਾਨਕ ਹੋਏ ਗਲਤ ਕੰਮਾਂ ਦੀ ਸਜ਼ਾ ਹੁਣ ਮੈਨੂੰ ਮਿਲਣ ਲੱਗੀ। ਉਹਨੇ ਉਸੇ ਵੇਲੇ ਹੈਰਾਨ ਹੋ ਗਿਆ, ਕਹਿਣ ਲੱਗਿਆ, ਤੇਰੇ ਉੱਤੇ ਕਿਸੇ ਵੀ ਗੱਲ ਦਾ ਅਸਰ ਨਹੀਂ। ਆਹ ਹੈ ਜੀਵਨ, ਆਹ ਹੈ ਮੁਕਤੀ, ਆਹ ਹੈ ਧਰਮੀ ਬੰਦਾ। ਉਹਦਾ ਜੀਵਨ ਰੱਬ ਵਰਗਾ ਬਣ ਗਿਆ। ਜਿਉਂਦਿਆਂ ਜੀ ਅਸੀਂ ਇਹੋ ਜਿਹਾ ਜੀਵਨ ਗੁਜ਼ਾਰ ਕੇ ਦੇਖਣਾ। ਸਭ ਕਿਰਪਾ ਕਰਦੇ ਨੇ, ਕਹਿੰਦੇ ਉਸ ਮਨੁੱਖ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਉਹ ਰੱਬ ਦੀਆਂ ਨਜ਼ਰਾਂ ਵਿੱਚ ਸ਼ਬਦ ਅਨੁਸਾਰ ਜਿਉਂਦਾ ਹੈ। ਉਹਦਾ ਜੀਵਨ ਗੁਰਬਾਣੀ ਦੇ ਅਨੁਸਾਰ ਹੈ। ਆਓ ਦੋ ਬੇਨਤੀਆਂ ਹੋਰ ਕਰਕੇ ਫਿਰ ਮੈਂ ਅੱਜ ਦੇ ਸ਼ਬਦ ਦੀ ਵਿਚਾਰ ਸਾਂਝੀ ਕਰਨੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 14 ਤੇ 15 ਨੰਬਰ ਸ਼ਲੋਕ ਜਿਹਦੀ ਵਿਚਾਰ ਆਪਾਂ ਕਰ ਚੁੱਕੇ ਹੋਏ ਹਾਂ, ਉਹਨੂੰ ਕਿਸੇ ਵੇਲੇ ਆਪਣੀਆਂ ਨਜ਼ਰਾਂ ਦੇ ਸਾਹਮਣੇ ਰੱਖ ਕੇ ਤੇ ਫਿਰ ਦੇਖ ਕੇ ਆਪਣੇ ਆਪ ਨੂੰ ਉਸ ਸ਼ੀਸ਼ੇ ਵਿੱਚੋਂ ਤੱਕਿਓ। ਦੋਵੇਂ ਸ਼ਲੋਕ ਮੈਂ ਤੁਹਾਡੇ ਖਿਆਲ ਵਿੱਚ ਰੱਖਾਂ। ਸਾਹਿਬ ਕਹਿੰਦੇ, ਹਰਖ ਸ਼ੋਕ ਜਾਂ ਕਹਿ ਨਹੀਂ, ਖੁਸ਼ੀ ਤੇ ਗਮੀ ਜਿਹਦੇ ਲਈ ਇੱਕੋ ਜਿਹੀ ਹੈ। ਇਹ ਮੈਂ ਬਹੁਤ ਵਾਰੀ ਉਦਾਹਰਨ ਦਿੰਦਾ।
प्यार वालिओ सच करके जाणिओ, जदों भी तुहानूं लगे भी मेरियां मुसीबतां बहुत वध गईयां ते मैनूं साह नहीं आ रहा, उदों माछीवाड़े दे जंगल नूं याद कर लिओ जे। तुहानूं तुहाडीआं मुसीबतां, सानूं अपणीआं मुसीबतां छोटियां लगणगीआं। गुरु ने बहुत कुछ सिखाया सानूं। हरख सोग जांकै नहीं, ਜਿਹੜਾ ਮਨੁੱਖ खुशी ਤੇ गमी ਵਿੱਚ ਇੱਕੋ ਜਿਹਾ ਰਹਿੰਦਾ ਹੈ। बड़े लोगों कोलों तुसीं डिप्रैशन का इलाज पुछते होवोगे। अज बहुत ने जिहड़े मोटीवेटर ने, पर कदे गुरु कोल बैठ के पुछिया हुंदा, किसी मोटीवेटर की लोड़ ही नहीं सी पैनी। गुरु सिखा रहे किड्डा जीवन उहदा मुक्त होवेगा। हरख सोग जांकै नहीं, अगलियां दो गल्लां कि बैरी मीत समान, तेरा वैरी नाल ते मित्र नाल विहार किहो जिहा है। जे ते इक्को जिहा है फिर अंदर रब वसदा है, फिर सेरी सोच विच रब है मना। हरख सोग जांकै नहीं, बैरी मीत समान, कहो नानक सुन रे मना, मुक्त ताही तै जान। ओ मुक्त है, ये ना कि किसी ने सुआ मल के बैठ गया भी शायद मुक्त है, शायद मुक्त ना होवे। सतगुरु का पावन वचन है, ग्रह तज बन खंड जाइए, चुन खाइए कंदा, अजों बेकार ना छोड़े ही पापी मन मंदा। वो कित्थे मुक्त है, वो तो तेनू भुलेखा है। मुक्त वो ने ਜਿਹੜੇ गुरु शब्द अनुसारी हो जाते हैं। एक सरो गुरु तेग बहादुर साहब जी का होर कहना, उस्तत निंदिया नाहे जे, जिन्हों उस्तत ते निंदा, जिन्हों किसी दे कहे बोल ना खुशी दिंदे ने ना गमी दिंदे ने, वो है मुक्त। उस्तत निंदिया नाहे जे, कंचन लो समान, कंचन सोना लो लोहा, गरीब ते अमीर जिहदे लई इक्को जिहे ने। कहो नानक सुन रे मना, मुक्त ताहे ते जान। आ मुक्त है। हुण रब दा ते रूप रंग रेख पे कोई नहीं। गुरमत अनुसार आप समझने हैं भाई रब दा रूप ना रेख ना रंग, किश त्रिगुण ते प्रभ भिन्न, जिसै उदारी नानका जिस होवै है सो प्रसन्न, जिसे बुझाए नानका जिस होवै है सो प्रसन्न। उस मनुख के जीवन में पता लग गया भी रब का तो रूप रंग रेख भेख ही कोई नहीं। फिर जिहड़ा सिमरन करता रब वर्गा किवें बन जाएगा। वो रब वर्गा इवें बनता है, जो गुण रब विच ने वो गुण उस मनुख विच आ जाते हैं। वो अंदरों गुणा करके रब वर्गा बन जाता है। शक्लों नहीं उन्हें रब वर्गा बनना, शक्ल तो रब की है ही कोई नहीं। गुणा करके रब वर्गा बन जाता है। इसलिए बहुत लोगों को भुलेखा लग जाता है गुरु अर्जन प्रतख हर का मतलब ही ये सी, जो रब विच गुण ने वो गुरु अर्जन पातशाह विच गुण ने, कोई अंतर नहीं। तो मेरी हजूर ने अज बड़ी कृपा की, रहमत भरे बचन बख्शिश कीते ने। अज्ञानता के हनेरे विचों गुरु शब्द की उंगल पकड़ा के गुरमत के ज्ञान विच ले आउंदे ने गुरु जी। इतनी बड़ी रहमत। मैं बहुत बारी अर्ज करना, माँ दियां दित्तियां चीज़ां, पिता दियां दित्तियां चीज़ां, दोस्तां दियां दित्तियां चीज़ां, वो कुछ समय ही कम आउंदियां ने। कई असी दिन रखे हुए ने, फादर डे, मदर डे, कई ऐसे कई दोस्तां दे दिन रखे ने, तुसीं मेरे नाल वध जाणदे हो। पर उन्हां दियां चीज़ां दित्तियां कुछ ही दिन कम आउंदियां ने। जिहड़ी गुरु की दित्ती हुई माता जिंदगी के हर मोड़ ते कम आउणी है, हर पल कम आउणी है, हर वक्त कम आउणी है। तो साहिब कृपा करते ने, जेह घट सिमरन राम को
ਸਿਮਰਨ ਦਾ ਆਖਰੀ ਅਰਥ ਹੈ ਯਾਦ ਕਰਨਾ। ਔਰ ਚੇਤੇ ਰੱਖਿਓ, ਯਾਦ ਦਿਮਾਗ ਨਾਲ ਕੀਤਾ ਜਾਂਦਾ ਹੈ, ਸੋਚ ਨਾਲ ਕੀਤਾ ਜਾਂਦਾ ਹੈ। ਪਰ ਸਤਿਗੁਰੂ ਇੱਥੇ ਗੱਲ ਕਰਦੇ ਨੇ ਘਟ ਦਾ ਅਰਥ ਹੈ ਹਿਰਦਾ। ਉਹਦੀ ਅੰਦਰੂਨੀ ਵਿਚਾਰ ਕੀ ਹੈ? ਜੇ ਘਟ ਸਿਮਰਨ ਰਾਮ ਕੋ, ਜਿਹਦੀ ਸੋਚ ਵਿੱਚ ਰੱਬ ਦੀ ਯਾਦ ਹੈ, ਜਿਹਦੀ ਸੋਚ ਵਿੱਚ ਰੱਬ ਦੇ ਗੁਣ ਨੇ। ਮੈਂ ਬਹੁਤ ਵਾਰੀ ਅਰਜ਼ ਕਰਨੇ ਪਿਆਰੇ ਤੁਹਾਡੇ ਕੋਲ ਬੈਠ ਕੇ, ਬੰਦੇ ਨੇ ਸਿੱਖ ਲਿਆ ਮੈਂ ਘਰ ਕਿਵੇਂ ਸਾਫ਼ ਕਰਨਾ ਹੈ, ਬੰਦੇ ਨੇ ਸਿੱਖ ਲਿਆ ਮੈਂ ਗੱਡੀ ਕਿਵੇਂ ਸਾਫ਼ ਕਰਨੀ ਹੈ, ਬੰਦੇ ਨੇ ਸਿੱਖ ਲਿਆ ਮੈਂ ਸੜਕਾਂ ਨੂੰ ਕਿਵੇਂ ਸਾਫ਼ ਰੱਖਣਾ ਹੈ, ਪਾਰਕਾਂ ਨੂੰ ਕਿਵੇਂ ਸਾਫ਼ ਰੱਖਣਾ ਹੈ, ਹਰ ਚੀਜ਼ ਨੂੰ ਰੱਖਦਾ, ਕੱਪੜਿਆਂ ਨੂੰ ਕਿਵੇਂ ਸਾਫ਼ ਰੱਖਾਂ। ਪਰ ਕਿਤੇ ਗੁਰੂ ਕੋਲ ਸਿੱਖ ਲੈਂਦਾ ਮੈਂ ਆਪਣੀ ਸੋਚ ਨੂੰ ਸਾਫ਼ ਕਿਵੇਂ ਰੱਖਾਂ, ਮੇਰੀ ਸੋਚ ਪਵਿੱਤਰ ਹੋ ਜਾਏ, ਮੇਰਾ ਨਜ਼ਰੀਆ ਪਵਿੱਤਰ ਹੋ ਜਾਏ। ਸਭ ਚੀਜ਼ਾਂ ਦੀ ਡਸਟਬੀਨ ਲਾਈ ਹੋਈ ਹੈ, ਇਹਨੇ ਕਦੇ ਆਪਣੇ ਮਾੜੇ ਖਿਆਲ ਕੱਢ ਕੇ ਸੁੱਟਣ ਲਈ ਡਸਟਬੀਨ ਨਹੀਂ ਲਾਈ। ਜਿਸ ਦਿਨ ਇਹਨੇ ਆਪਣੇ ਸੋਚ ਵਿੱਚੋਂ ਮੈਲਾਪਣ ਕੱਢ ਦਿੱਤਾ ਨਾ, ਉਹ ਬੰਦਿਆ ਤੇਰੇ ਅੰਦਰ ਹੀ ਤਾਂ ਰੱਬ ਵਸਦਾ ਹੈ, ਅੰਦਰ ਹੀ ਤਾਂ ਰੱਬ ਵਸਦਾ ਹੈ। ਜੇ ਘਟ ਸਿਮਰਨ ਰਾਮ ਕੋ ਸੋ ਨਰ, ਇਹ ਪਿੱਛੇ ਵੀ ਬੇਨਤੀ ਕੀਤੀ ਸੀ, ਨਰ ਸ਼ਬਦ ਕਿਸੇ ਧਰਮ ਦੀ ਬੁੱਕਲ ਵਿੱਚ ਨਹੀਂ ਹੈ। ਨਰ ਨਾ ਹਿੰਦੂ ਹੈ, ਨਾ ਮੁਸਲਮਾਨ ਹੈ, ਨਾ ਜੈਨੀ ਹੈ, ਨਾ ਬੋਧੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬੜੀ ਵਾਰੀ ਇਹ ਸ਼ਬਦ ਵਰਤਦੇ ਨੇ ਨਰ। ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਉਹ ਮੁਕਤ ਹੈ ਮਨੁੱਖ, ਉਹ ਨਰ ਮਨੁੱਖ ਮੁਕਤ ਹੈ, ਉਹਨੂੰ ਕੋਈ ਚੀਜ਼ ਬੰਧਨ ਨਹੀਂ ਪਾ ਸਕਦੀ। ਜਿਵੇਂ ਰੱਬ ਮੁਕਤ ਹੈ, ਰੱਬ ਨੂੰ ਕੋਈ ਚੋਰ ਥੋੜ੍ਹਾ ਬਣਾ ਸਕਦਾ ਹੈ, ਰੱਬ ਨੂੰ ਕੋਈ ਵਿਕਾਰੀ ਥੋੜ੍ਹਾ ਬਣਾ ਸਕਦਾ, ਰੱਬ ਨੂੰ ਕੋਈ ਕਾਲਕ ਥੋੜ੍ਹਾ ਲਾ ਸਕਦਾ, ਉਹ ਤਾਂ ਮੁਕਤ ਹੈ। ਜੋਗੀਆਂ ਨੂੰ ਵੀ ਤਾਂ ਇਹੀ ਗੱਲ ਹਜ਼ੂਰ ਨੇ ਸੱਚੇ ਪਾਤਸ਼ਾਹ ਨੇ ਆਖੀ ਸੀ, ਕਹਿਣ ਲੱਗੇ ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਹੋਏ। ਕਹਿੰਦੇ ਇਹ ਕਾਹਦੇ ਲਈ ਭਟਕਦੇ ਫਿਰਦੇ ਹੋ, ਕਦੇ ਸੁਆਹਾਂ ਮਲਦੇ ਫਿਰਦੇ ਹੋ, ਘਰ ਪਰਿਵਾਰ ਛੱਡਦੇ ਫਿਰਦੇ ਹੋ, ਇਹ ਤੁਸੀਂ ਕਾਹਦੇ ਲਈ ਕਰਦੇ ਹੋ? ਤੁਸੀਂ ਘਰ ਵਿੱਚ ਬੈਠੇ ਸੱਚ ਨੂੰ ਧਾਰਨ ਕਰਨਾ ਸੀ, ਉੱਥੇ ਬੈਠੇ ਮੁਕਤ ਹੋ ਜਾਣਾ ਸੀ। ਮੈਂ ਸਿੱਖ ਹੀ ਐਸਾ ਪੈਦਾ ਕੀਤਾ ਹੈ, ਜਿਹੜਾ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ। ਮੈਂ ਸਿੱਖ ਹੀ ਐਸਾ ਪੈਦਾ ਕੀਤਾ ਮੁਕਤ, ਜਿਵੇਂ ਇੱਕ ਪੰਛੀ ਮੁਰਗਾਬੀ, ਉਹ ਪਾਣੀ ਵਿੱਚ ਸਿੱਧੀ ਉਡਾਰੀ ਮਾਰ ਲੈਂਦੀ ਹੈ, ਪਾਣੀ ਵਿੱਚੋਂ ਹੀ ਅੱਗੇ ਉੱਡ ਜਾਂਦੀ ਹੈ ਤੇ ਪਾਣੀ ਵਿੱਚ ਹੀ ਉਤਰ ਜਾਂਦੀ ਹੈ। ਉਹਦੇ ਪਰ ਨਹੀਂ ਭਿੱਜਦੇ, ਉਹਦੇ ਖੰਭ ਨਹੀਂ ਭਿੱਜਦੇ। ਕਹਿੰਦੇ ਜਿਵੇਂ ਕਮਲ ਫੁੱਲ ਹੈ, ਰਹਿੰਦਾ ਵੀ ਚਿੱਕੜ 'ਚ ਹੈ, ਜੰਮਦਾ ਵੀ ਚਿੱਕੜ 'ਚ ਹੈ, ਪਰ ਚਿੱਕੜ ਦੇ ਦਾਗ ਨਹੀਂ ਲੱਗਣ ਦਿੰਦਾ। ਇਸੇ ਤਰ੍ਹਾਂ ਮਨੁੱਖ ਦਾ ਜੀਵਨ ਹੈ, ਜਿਹਦੀ ਸੋਚ ਵਿੱਚ ਰੱਬ ਹੈ, ਜਿਹੜਾ ਸੋਚ ਕਰਕੇ ਪਰਮੇਸ਼ਰ ਨਾਲ ਜੁੜਿਆ ਹੋਇਆ। ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਉਹ ਮਨੁੱਖ ਮੁਕਤ ਹੈ, ਉਹਦੇ ਜੀਵਨ ਵਿੱਚ ਭਟਕਣਾ ਨਹੀਂ। ਉਹਨੂੰ ਸਾਰੇ ਹੀ ਆਪਣੇ ਵਰਗੇ ਲੱਗਦੇ ਨੇ, ਸਾਰੇ ਹੀ ਚੰਗੇ ਲੱਗਦੇ ਨੇ। ਇੱਕ ਗਰੀਬੜਾ ਜਿਹਾ ਆਪਣੇ ਘਰੋਂ ਤੁਰਨ ਲੱਗਾ ਹੈ, ਰੋਜ਼ੀ ਰੋਟੀ ਕਮਾਉਣੀ ਰੋਜ਼ ਦਾ ਕੰਮ ਹੈ। ਜਦੋਂ ਘਰੋਂ ਤੁਰਨ ਲੱਗਾ ਤੇ ਘਰਦਿਆਂ ਨੇ ਪਿਆਰ ਕੀਤਾ, ਅੱਜ ਥੋੜ੍ਹਾ ਜਿਹਾ ਜਲਦੀ ਆ ਜਾਇਓ ਜੇ ਹੋ ਸਕਿਆ। ਤਿਉਹਾਰ ਦਾ ਦਿਨ ਹੈ, ਲੋਕ ਖੁਸ਼ੀਆਂ ਮਨਾਉਂਦੇ ਨੇ, ਆਪਣੇ ਆਪਣੇ ਘਰਾਂ 'ਚ ਹੁੰਦੇ ਨੇ, ਤੁਸੀਂ ਵਕਤ ਨਾਲ ਆ ਜਾਓਗੇ। ਬੱਚੇ ਉਦਾਸ ਹੋ ਜਾਂਦੇ ਨੇ ਕਈ ਵਾਰੀ। ਇੱਕ ਜੀ ਕਰਦਾ ਮੈਂ ਇਹਨਾਂ ਨਾਲ ਵਾਅਦਾ ਕਰ ਲਾਂ ਬੱਚਿਆਂ ਨਾਲ ਵੀ ਮੈਂ ਜਲਦੀ ਆ ਜਾਵਾਂਗਾ, ਦੂਜੇ ਪਾਸੇ ਆਪਣੇ ਬੋਝੇ ਦਾ ਖਿਆਲ ਆਉਂਦਾ, ਬੋਝੇ 'ਚ ਪੈਸਾ ਤਾਂ ਇੱਕ ਵੀ ਨਹੀਂ, ਖੁਸ਼ੀਆਂ ਕਾਹਦੀਆਂ ਮਨਾਉਣੀਆਂ ਨੇ। ਕੋਈ ਕੰਮ ਮਿਲੇਗਾ ਤੇ ਜਲਦੀ ਆਵਾਂਗਾ ਨਾ। ਬੜਾ ਵੱਡਾ ਜਿਗਰਾ ਹੁੰਦਾ ਪਿਓ ਦਾ,
ਉਹਨੇ ਅੰਦਰ ਦੀਆਂ ਅੰਦਰ ਹੀ ਛੁਪਾ ਲਈਆਂ, ਚਲਾ ਗਿਆ। ਕੰਮ ਕਾਰ ਕੀਤਾ, ਸ਼ਾਮ ਹੋ ਗਈ, ਬੜੀ ਖੁਸ਼ੀ ਦੇ ਨਾਲ ਪੈਸੇ ਲੈ ਕੇ ਬੋਝੇ ਪਾ ਕੇ ਤੁਰਿਆ, ਜਾ ਕੇ ਘਰ ਪੁੱਛ ਕੇ ਚੀਜ਼ਾਂ ਲੈ ਲਵਾਂਗਾ। ਹਜੇ ਥੋੜੇ ਜਿਹੇ ਕਦਮਾਂ ਤੇ ਗਿਆ, ਇੱਕ ਕੋਈ ਗਰੀਬ ਮਾਂ ਆਪਣੇ ਬੱਚੇ ਨੂੰ ਲਈ ਜਾ ਰਹੀ ਹੈ। ਕਿਸੇ ਅਮੀਰ ਦੀ ਗੱਡੀ ਆਈ, ਉਸ ਬੱਚੇ ਨੂੰ ਪਰਾਂ ਭਗਾ ਕੇ ਮਾਰਿਆ, ਲਹੂ ਲੋਹਾਨ ਹੋਇਆ, ਉਹ ਸੜਕ ਦੇ ਕਿਨਾਰੇ ਤੜਫਦਾ ਹੈ। ਮਾਂ ਰੌਲਾ ਪਾਉਂਦੀ, ਉਹ ਕੋਈ ਮੇਰੀ ਮਦਦ ਕਰ ਦਿਓ। ਗੱਡੀ ਵਾਲਾ ਬੇਦਰਦੀ ਭੱਜ ਗਿਆ। ਮਾਂ ਤੜਫਦੀ ਹੈ, ਵਾਰ-ਵਾਰ ਮਿੰਨਤਾਂ ਕਰਦੀ, ਕੋਈ ਮੇਰੀ ਮਦਦ ਕਰ ਦਿਓ। ਉਹਨੂੰ ਹੁਣ ਇੱਕ ਪਾਸੇ ਚੇਤਾ ਆਉਂਦਾ, ਮੇਰੇ ਬੱਚਿਆਂ ਨੇ ਕਿਹਾ ਸੀ ਘਰ ਜਲਦੀ ਆ ਜਾਇਓ, ਤਿਉਹਾਰ ਦਾ ਦਿਨ ਹੈ। ਦੂਜੇ ਪਾਸੇ ਜੀ ਕਰਦਾ ਇਸ ਗਰੀਬਣੀ ਦੀ ਮਦਦ ਕਰ ਦਿਓ ਮਨਾ, ਤਿਉਹਾਰ ਅਗਲੇ ਸਾਲ ਵੀ ਆ ਜਾਏਗਾ, ਪਰ ਜੇ ਕਿਤੇ ਇਹਦਾ ਬੱਚਾ ਚਲਾ ਗਿਆ ਉਹ ਅਗਲੇ ਸਾਲ ਨਹੀਂ ਆਉਣਾ। ਕੰਧੇ ਚੁੱਕਿਆ ਬੱਚੇ ਨੂੰ, ਜਲਦੀ ਨਾਲ ਥੋੜੀ ਜਿਹੀ ਦੂਰੀ ਤੇ ਹਸਪਤਾਲ ਸੀ, ਹਸਪਤਾਲ ਲੈ ਕੇ ਚਲੇ ਗਏ। ਡਾਕਟਰ ਨੇ ਦੇਖਿਆ ਸੱਟਾਂ ਕਾਫੀ ਵੱਜੀਆਂ ਨੇ। ਉਹਨੇ ਇੱਕ ਲਿਸਟ ਦੇ ਦਿੱਤੀ, ਕਹਿਣ ਲੱਗਿਆ ਸਮਾਨ ਲਿਆ ਦਿਓ। ਉਸ ਬੀਬੀ ਨੂੰ ਕਿਹਾ ਤੇਰੇ ਨਾਲ ਕੋਈ? ਕਹਿਣ ਲੱਗੀ ਵੀਰਾ ਕੋਈ ਨਹੀਂ ਹੈ, ਪੈਸੇ ਵੀ ਕੋਈ ਨਹੀਂ। ਹੁਣ ਉਸ ਮਨੁੱਖ ਨੂੰ ਇੱਕ ਪਾਸੇ ਆਪਣੇ ਬੱਚੇ ਯਾਦ ਆ ਰਹੇ ਨੇ, ਉਹ ਘਰ 'ਚ ਉਡੀਕਦੇ ਨੇ, ਤਿਉਹਾਰ ਦਾ ਦਿਨ ਹੈ, ਘਰ ਦੇ ਕਹਿੰਦੇ ਸੀ ਜਲਦੀ ਆ ਜਾਵੀਂ, ਦੇਰੀ ਵੀ ਹੋ ਰਹੀ ਹੈ। ਦੂਜੇ ਪਾਸੇ ਪੈਸੇ ਨੇ ਜਿਹੜੇ ਮੈਂ ਅੱਜ ਸਾਰੀ ਦਿਹਾੜੀ ਕਮਾਈ ਕਰਕੇ ਤੇ ਉਹਨਾਂ ਦੀਆਂ ਖੁਸ਼ੀਆਂ ਵਾਸਤੇ ਲੈ ਕੇ ਚੱਲੇ ਆ। ਉਹਨਾਂ ਨੇ ਘਰੇ ਦੀਵਾ ਜਗਾਉਣਾ, ਉਹਨਾਂ ਨੇ ਮਠਿਆਈਆਂ ਖਾਣੀਆਂ ਨੇ ਅੱਜ। ਦੂਜੇ ਪਾਸੇ ਜੀ ਕਰਦਾ ਇਸ ਮਾਂ ਦਾ ਪੁੱਤ ਇਹਦੀ ਗੋਦ ਸੱਖਣੀ ਹੋ ਜਾਏਗੀ। ਲਿਸਟ ਪਕੜੀ, ਮੈਡੀਕਲ ਸਟੋਰ ਤੋਂ ਦਵਾਈਆਂ ਲੈ ਆਂਦੀਆਂ, ਲਿਆ ਕੇ ਉਹਨੂੰ ਦੇ ਦਿੱਤੀਆਂ। ਕੁਝ ਸਮਾਂ ਬੀਤਿਆ, ਬੱਚੇ ਨੂੰ ਹੋਸ਼ ਪਰਤ ਆਈ। ਭੈਣ ਨੇ ਹੱਥ ਜੋੜੇ, ਵੀਰਾ ਹੋ ਸਕਦਾ ਮੈਂ ਕਿਸੇ ਵੇਲੇ ਤੇਰੇ ਪੈਸੇ ਤਾਂ ਮੋੜਦੇ ਆ, ਪਰ ਜਿਹੜਾ ਤੂੰ ਪਰਉਪਕਾਰ ਕੀਤਾ ਸ਼ਾਇਦ ਇਹਦਾ ਕਰਜ਼ ਮੈਂ ਜ਼ਿੰਦਗੀ ਵਿੱਚ ਕਦੇ ਵੀ ਨਾ ਮੋੜ ਸਕਾਂ। ਚੁੱਕਿਆ ਸਾਈਕਲ, ਆਪਣੇ ਘਰ ਆ ਗਿਆ। ਬੱਚੇ ਵੀ ਉਦਾਸ ਨੇ, ਘਰ ਵਾਲੀ ਵੀ ਉਦਾਸ ਹੈ। ਤੁਹਾਨੂੰ ਕਿਹਾ ਸੀ ਥੋੜਾ ਸਮਾਂ ਪਹਿਲਾਂ ਆ ਜਿਓ। ਕਹਿਣ ਲੱਗੇ ਕੋਈ ਕਾਰਨ ਵਰਤ ਕੇ ਅਸੀਂ ਲੇਟ ਹੋ ਗਿਆ, ਦੇਰੀ ਹੋ ਗਈ। ਬੱਚੇ ਉਡੀਕਦੇ ਨੇ, ਵਾਰ-ਵਾਰ ਰੋਟੀ ਪੁੱਛਦੇ ਸਨ। ਮੈਂ ਆਖਿਆ ਅੱਜ ਰੋਟੀ ਨਹੀਂ ਪਕਾਉਣੀ, ਅੱਜ ਤੁਹਾਡਾ ਬਾਪੂ ਕੁਛ ਨਾ ਕੁਛ ਖਾਣ ਨੂੰ ਲੈ ਕੇ ਆਏਗਾ, ਕੁਛ ਲੈ ਕੇ ਆਇਓ ਬੱਚਿਆਂ ਜੋਗਾ। ਬੜੀ ਕੋਸ਼ਿਸ਼ ਕਰਦਾ ਮੈਂ ਛੁਪਾ ਲਾਂ, ਪਰ ਨਹੀਂ ਛੁਪਿਆ। ਅੱਖਾਂ 'ਚੋਂ ਅੱਥਰੂ ਗਿਰ ਗਏ। ਕਹਿਣ ਲੱਗੇ ਘਰ 'ਚ ਦੀਵਾ ਬਾਲੀਏ, ਖੁਸ਼ੀ ਮਨਾਈਏ, ਕੋਈ ਖਾਣ ਨੂੰ ਲਿਆਇਓ। ਕਹਿਣ ਲੱਗੇ ਅੱਜ ਦੀ ਕਮਾਈ ਨਾਲ ਖਾਣ ਨੂੰ ਉਹ ਕੁਛ ਖਰੀਦਿਆ ਜੋ ਨਹੀਂ ਸੀ ਖਰੀਦਣਾ ਚਾਹੀਦਾ। ਕਹਿਣ ਲੱਗੇ ਕੀ ਖਰੀਦਿਆ? ਕਹਿਣ ਲੱਗੇ ਕਿਸੇ ਦੇ ਬੱਚੇ ਨੂੰ ਖਾਣ ਨੂੰ ਦੇ ਕੇ ਆਇਆ। ਕਹਿੰਦੇ ਕਿਹਦੇ ਨੂੰ ਦੇ ਕੇ ਆਇਆ? ਕਹਿਣ ਲੱਗੇ ਕਿਸੇ ਮਾਂ ਦਾ ਬੱਚਾ ਚੜ੍ਹਾਈ ਕਰ ਜਾਣਾ ਸੀ, ਉਹਨੂੰ ਕੀ ਦੇ ਕੇ ਆਇਓ? ਕਹਿਣ ਲੱਗੇ ਉਹਨੂੰ ਵੀ ਮਠਿਆਈ ਨਹੀਂ ਦੇ ਕੇ ਆਇਆ, ਉਹਨੂੰ ਦਵਾਈਆਂ ਦੇ ਕੇ ਆਇਆ। ਅੱਜ ਦੀ ਕਮਾਈ ਮੈਂ ਖਾਣ ਲਈ ਮਠਿਆਈ ਨਹੀਂ ਲਿਆ ਸਕਿਆ, ਮੈਂ ਕਿਸੇ ਲਈ ਦਵਾਈਆਂ ਖਰੀਦ ਕੇ ਦੇ ਕੇ ਆਇਆ। ਅੱਜ ਆਪਣੇ ਘਰ 'ਚ ਆਪਾਂ ਸਾਦਾ ਹੀ ਦੀਵਾ ਜਗਾ ਲਾਂਗੇ, ਪਰ ਅੱਜ ਮੈਨੂੰ ਖੁਸ਼ੀ ਹੈ ਵੀ ਕਿਸੇ ਦੇ ਘਰ ਦਾ ਚਿਰਾਗ ਨਹੀਂ ਬੁਝਣ ਦਿੱਤਾ, ਕਿਸੇ ਦੇ ਘਰ ਦਾ ਚਿਰਾਗ ਜਗ ਪਿਆ। ਇਹ ਦੀਵਾ ਤੇ ਆਪਾਂ ਫਿਰ ਵੀ ਜਗਾ ਲਾਂਗੇ, ਪਰ ਜੇ ਕਿਤੇ ਕਿਸੇ ਦੇ ਘਰ ਦਾ ਚਿਰਾਗ ਬੁਝ ਜਾਂਦਾ
ਸ਼ਾਇਦ ਉਸ ਘਰ ਵਿੱਚ ਪਿਆ ਹੋਇਆ ਹਨੇਰਾ ਆਪਾਂ ਕਦੇ ਮੁੜ ਕੇ ਚਾਨਣ ਵਿੱਚ ਨਾ ਕਰ ਸਕਦੇ। ਧੰਨ ਨੇ ਉਹ ਬੱਚੇ, ਦੋਨਾਂ ਨੇ ਗਲਵੱਕੜੀ ਪਾ ਲਈ। ਬਾਪੂ, ਜਿਹੜਾ ਤੂੰ ਸੁਨੇਹਾ ਦਿੱਤਾ ਸ਼ਾਇਦ ਮਠਿਆਈ ਤਾਂ ਕੁਝ ਸਮਾਂ ਮੂੰਹ ਮਿੱਠਾ ਕਰਦੀ, ਪਰ ਤੇਰੇ ਸੁਨੇਹੇ ਨੇ ਸਾਡੀ ਸਮੁੱਚੀ ਜ਼ਿੰਦਗੀ ਮਿੱਠੀ ਕਰ ਦਿੱਤੀ ਹੈ। ਅੱਜ ਸਾਨੂੰ ਖੁਸ਼ੀ ਆ ਬਾਪੂ, ਤੇਰੀ ਕਮਾਈ ਕਿਸੇ ਨੇਕ ਥਾਂ ਤੇ ਲੱਗੀ। ਇਹ ਹੈ ਜੀਵਨ ਮੁਕਤ ਪਿਆਰਿਓ। ਜਿਸ ਦਿਨ ਕਿਸੇ ਦੂਜੇ ਦੇ ਵੀ ਦੁੱਖਾਂ ਦਰਦਾਂ ਦੀ ਸਾਨੂੰ ਪਹਿਚਾਣ ਆ ਜਾਏ, ਜਿਸ ਦਿਨ ਸਾਨੂੰ ਵੀ ਆਪਣੀ ਪਕੜ ਵਿੱਚੋਂ ਕਿਸੇ ਦੂਜੇ ਨਾਲ ਸਾਂਝ ਪਾਉਣ ਦੀ ਜਾਚ ਆ ਜਾਏ, ਜਿਸ ਦਿਨ ਮੈਂ ਆਪਣੇ ਬੱਚਿਆਂ ਤੋਂ ਬਿਨਾਂ ਕਿਸੇ ਦੂਜੇ ਬੱਚਿਆਂ ਨੂੰ ਵੀ ਦੇਖ ਸਕਾਂ, ਸੱਚ ਕਰਕੇ ਜਾਣਿਓ ਜੀਵਨ ਮੁਕਤ ਉਹਨੂੰ ਕਹਿੰਦੇ ਨੇ। ਰੱਬ ਦਾ ਕੋਈ ਵੈਰੀ ਮਿੱਤਰ ਥੋੜ੍ਹਾ ਹੈ, ਰੱਬ ਲਈ ਤਾਂ ਸਾਰੇ ਹੀ ਆਪਣੇ ਨੇ। ਆਹ ਹੈ ਜੀਵਨ ਮੁਕਤ। ਇਹ ਹੈ ਗੁਰਮਤਿ ਦੀ ਬੰਦਗੀ, ਇਹ ਹੈ ਗੁਰਮਤਿ ਦੇ ਧਾਰਨ ਕਰਨਾ ਗੁਣਾਂ ਨੂੰ। तो गुरु तेग बहादुर साहब जी ने अज बड़ी रहमत की, बख्शिश की। जेह घट सिमरन राम को, जिहदे हिरदे विच, जिहदी सोच विच, जिहदे किरदार विच, जिहदे वरत विहार विच रब्बी गुण ने। जुबान ते वाहिगुरू कहना बड़ा सौखा है, सुभागे ने जिहड़े कहंदे ने, मैं नहीं कहना भी नहीं कहना। और साहब कहंदे ने जे घट सिमरन राम को सो नर मुक्ता जान। उन्हें जीवन जुगत सिख लई, वो मुक्त हो गया, वो विकारां तो मोह ममता तो मुक्त हो गया। उन्होंने सारा संसार रब दी नगरी, उन्होंने सारा संसार रब दा प्यार नजर आउंदा है। तेह नर हर अंतर नहीं, तेह नर ओ मनुख विच, हर रब विच, रब विच ते उस मनुख विच कोई अंतर नहीं। वो रब दा ही रूप बन गया, परमेश्वर दा ही रूप बन गया, जिहदे विच रब दी याद कर करके रब्बी गुण वस गए, जिहदे अंदर रब दे गुण वस गए, जिहदा वरत विहार रब वर्गा बन गया। तेह नर हर अंतर नहीं, नानक साची मान। गुरु ते सदा ही सच बोलदा है, पर कहन लगे अज दी गल नूं मैं स्पैशल कहना, इनू सच्ची करके मन्नी ओ सिखा, इनू सच्ची करके मन्नी। ओ मनुख रब दा रूप जिउंदियां जी हो गया, उन्हें मरण तो बाद अरदास करन दी लोड़ नहीं ऐसे मनुखां लई। कबीर संत मूए क्या रोईए, जो अपने ग्रह जाए, रोबो साकट बपरे, जो हट है हाट बिकाए। जिहड़ा जिउंदियां जी गोबिंद स्यों लीन हो गया। साडे कोल हुण मनुखा देही है, साडे कोल जिंदगी है, साडे आस पास भी कई बारी लोड़वंदां दीआं आवाज़ां साडे कन्नी पैंदियां ने। प्यार वालिओ, रब वर्गे गुण पाए इस संसार की नगरी नूं सोहना बनाइए आपां। ओ मनुख मुक्त है, इहो जी इबादत गुरमत सिखाउंदी है। कबीर साहब दा एक वचन कह के आपां समाप्ति वाले पासे नूं तुरीए। कहंदे मन विच उत्साह जागिया, भई मैं रब दा रूप बन सकां, रब विच अभेद हो सकां। ते पता लग्या बंदिया निमरता धारण कर। फिर सोचिया निमरता किहो जी धारण करां। कहंदे निमरता इहो जी धारण कर लै, जिहड़ा राह दे विच बट्टा पिया, ਉਹਦੇ किन्ने लोग ठुड्डे मारते हैं, कदे सज्जे कदे खब्बे, इहो जिहा बन जा। कबीर रोड़ा होएरो बाटका, तज मन का अभिमान, ऐसा कोई दास हुए ताही मिले भगवान। पर वेखदियां वो जिहड़ा बट्टा सी, वो रोड़ा सी, वो अमीरां दियां महंगियां जुत्तियां अगे तो भज्जिया फिरदा है, पर कोई गरीब नंगे पैरी आ गया ते रोड़ा नहीं हिलिया।
गरीब ही पैर पकड़ के बैठ गया, क्योंकि ऐस वारी रोड़े ने गिलन की बजाय गरीब का पैर जख्मी कर दिता। कहन लग्या नहीं, तेरी भी जिहड़ी निमरता वो दिखावे लई है, किसे लिए तू तरले करना, किसे लिए तू हंकारी हो जाना, ये नहीं। कबीर रोड़ा कुआ तो क्या पया, पंथी को दुख दे, ऐसा तेरा दास है जो धरनी में खे। फिर सोचिया उस राह दे विच पई मिट्टी नज़र आ गई। कहन लगे वट्टे नूं छड्ड, वट्टे नूं छड्ड, तू मिट्टी वर्गा बन जा, धूड़ वर्गा बन जा, ये तो किसी नूं जख्मी नहीं करदी। मन विचार बनाई भी धूड़ वर्गा बन जा। कबीर खे कोई तो क्या पया, जाओ उड लग गए अंग। कहने मिट्टी बन गई, हवा का झोंका आया, किसी दियां अखां विच पैण लग पिया, अखां च रड़कण लग पिया। कहन लगे फिर भी तू काहदा धर्मी है बंदिया, हाले भी तू लोकां नूं दुख देना। कबीर खे हुई तो क्या पया, जाओ उड लग गए अंग। हर जन ऐसा चाहिए जो पानी सरबंग। कहन लगे पानी वर्गा बन जा, धूड़ ते मिट्टी मैला करदी है, पानी ते मैल लाउंदा है। सोचिया पानी वर्गा बन जा, पर उसे वेले भुलेखा फिर दूर हो गया। कबीर पानी हुआ तो क्या पया, शीरा ताता कोए। शीरा का अर्थ हुंदा ठंडा। कहंदे पानी बन गया तां भी की होया, कोई आस रख के आया भी तू बहुत ठंडा होवेगा, बाहर बहुत गर्मी पैंदी है। कहन लगे तू भी नाल गर्म होया, जे तू हालातां मुताबक ही बदल सकना है फिर तेरे कोल भी जाण की लोड़ नहीं। बाहर ठंड है तू ठंडा हो गया, बाहर गर्मी है तू गर्म हो गया। शीरा ताता होए, हर जन ऐसा चाहिए जैसा हर ही होए। रब का प्यारा तो फिर वह जिहा चाहिए जिहो जिहा रब ही है। रब वर्गा बनना है तो रब्बी गुणां नूं धारण करना पैना है। आओ प्यार वालिओ, दाते दे दर ते अरदास करिया करिए, सतगुरु किरपा कर। औगण तो बहुत इकट्ठे कर ले, हुण तू किरपा कर मेरे जीवन विचों औगणां नूं कढ के रब्बी गुणां दी दात रख, ताकि मैं जीवन भर मुक्त हो के अपना जीवन गुजार के जिउंदियां जी तेरे वर्गा बन सकां। जे घट सिमरन राम को सो नर मुक्ता जान, ते नर हर अंतर नहीं, नानक साची मान। उडां दी खिमा। प्यार नाल आखो जी, वाहिगुरू जी का खालसा, वाहिगुरू जी की फतेह।